ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ। ਫਿਰੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ। ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ। ਸਦਾ ਰਹੈ ਗੁਰ ਨਾਲੇ, ਜਨਮ ਰਤਨ ਜਿਨੀ ਖਟਿਆ। ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ। ਸਦਾ ਰਹੈ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ, ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਬਖਸ਼ਿਸ਼ਾਂ ਔਰ ਰਹਿਮਤਾਂ ਹੋਈਆਂ ਹਨ। ਗੁਰੂ ਦਰਬਾਰ ਵਿਖੇ, ਗੁਰੂ ਚਰਨਾਂ ਵਿਖੇ ਜੁੜ ਮਿਲ ਬੈਠਣ ਦਾ ਸੁਭਾਗਾ ਸਮਾਂ ਮਿਲਿਆ ਹੈ। ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਹੇ ਮਾਧੋ ਜੀ, ਮਾਲਕ ਜੀ, ਬਹੁਤ ਜਨਮਾਂ ਤੋਂ ਵਿਛੜੇ ਪਏ ਹਾਂ, ਔਰ ਇਹ ਜਿਹੜਾ ਜਨਮ ਹੈ ਹੁਣ ਤੁਹਾਨੂੰ ਸਮਰਪਿਤ ਹੈ, ਤੁਹਾਡੇ ਲੇਖੇ ਹੈ। ਮਨ 'ਚ ਆਸ ਰੱਖ ਕੇ ਜਿਉਂਦੇ ਹਾਂ ਕਿ ਕਦੋਂ ਤੁਹਾਡੇ ਦਰਸ਼ਨ ਪ੍ਰਾਪਤ ਹੋਣ, ਜੀਵਨ ਦੀ ਪਿਆਸ ਪੂਰੀ ਹੋਵੇ, ਅੰਦਰ ਤ੍ਰਿਪਤ, ਸੰਤੁਸ਼ਟ ਔਰ ਨਿਹਾਲ ਹੋਏ। ਭਗਤ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ
ਇਹ ਅੰਮ੍ਰਿਤਮਈ ਬਚਨ ਕੀਰਤਨ ਰੂਪ 'ਚ ਆਪ ਜੀ ਨੇ ਸ਼ਰਵਣ ਕੀਤੇ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਗੁਰੂ ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ, ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਏਕ ਜੀ ਕਛ ਕਹੀ ਨਾ ਜਾਈ। ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਪਾਵਨ ਬਾਣੀ ਆਨੰਦ ਸਾਹਿਬ ਜੀ ਦੀ ਵਿਚਾਰ ਦੇ ਨਾਲ ਨਿਤਾ ਪ੍ਰਤੀ ਆਪ ਜੀ ਜੁੜਦੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ 40 ਪੌੜੀਆਂ ਦੀ ਇਸ ਬਾਣੀ ਦੀਆਂ ਪਹਿਲੀਆਂ 18 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ ਜਿੱਥੋਂ ਅਸੀਂ ਵਿਚਾਰ ਨੂੰ ਸੰਕੋਚਿਆ ਸੀ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਕਰਮ ਕਾਂਡਾਂ ਦੇ ਨਾਲ ਜੀਵਨ 'ਚ ਸਹਿਜ ਨਹੀਂ ਬਣ ਸਕਦਾ, ਔਰ ਜਿੰਨੀ ਦੇਰ ਤੱਕ ਜੀਵਨ 'ਚ ਸਹਿਜ ਨਹੀਂ ਹੈ ਉਨੀ ਦੇਰ ਤੱਕ ਅੰਦਰ ਦੀਆਂ ਚਿੰਤਾ, ਝੋਰਿਆਂ, ਫਿਕਰਾਂ ਤੇ ਸੰਸਿਆਂ ਤੋਂ ਮੁਕਤੀ ਨਹੀਂ ਹੈ। ਅੰਦਰ ਮੈਲਾ ਹੈ, ਮਲੀਨ ਹੈ, ਸਹਿਜ ਤੋਂ ਬਿਨਾਂ ਸੰਸਿਆਂ ਦੇ ਕਾਰਨ। ਅੱਜ ਇਸ ਤੋਂ ਅੱਗੇ ਜਿਹੜੀਆਂ 2 ਪੌੜੀਆਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, 19 ਨੰਬਰ ਪੌੜੀ ਔਰ 20 ਨੰਬਰ ਪੌੜੀ। 19 ਨੰਬਰ ਪੌੜੀ ਅੰਦਰ ਸਤਿਗੁਰੂ ਨੇ ਉਹਨਾਂ ਪੁਰਖਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਬਾਹਰੋਂ ਦੇਖਣ ਨੂੰ ਬੜੇ ਨਿਰਮਲ ਲੱਗਦੇ ਨੇ, ਸੋਹਣੇ ਲੱਗਦੇ ਨੇ, ਧਰਮੀ ਲੱਗਦੇ ਨੇ, ਪਰ ਅੰਦਰੋਂ ਮੈਲ ਦੇ ਨਾਲ ਭਰੇ ਨੇ। ਅੰਦਰ ਮਲੀਨਤਾ ਹੈ, ਅੰਦਰ ਧਰਮ ਨਹੀਂ ਹੈ, ਅੰਦਰ ਪਾਪ ਹੈ। ਔਰ 20 ਨੰਬਰ ਪੌੜੀ ਅੰਦਰ ਸਤਿਗੁਰੂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਅੰਦਰੋਂ ਵੀ ਨਿਰਮਲ ਨੇ, ਸ਼ੁੱਧ ਨੇ, ਜਿਹੜੇ ਬਾਹਰੋਂ ਵੀ ਨਿਰਮਲ ਤੇ ਸ਼ੁੱਧ ਨੇ। ਪ੍ਰਥਮ ਮਹਾਰਾਜ ਫਰਮਾਨ ਕਰਦੇ ਹਨ ਉਹਨਾਂ ਬਾਰੇ ਜਿਹੜੇ ਬਾਹਰੋਂ ਨਿਰਮਲ ਪਰ ਅੰਦਰ ਤੋਂ ਨਿਰਮਲ ਨਹੀਂ ਹਨ। ਜੀਉ ਮੈਲੇ ਬਾਹਰੋਂ ਨਿਰਮਲ, ਜੀਉ ਭਾਵ ਅੰਦਰ ਤੋਂ, ਮਨ ਤੋਂ। ਮਹਾਰਾਜ ਕਹਿੰਦੇ ਉਹ ਲੋਕ ਜਿਹੜੇ ਅੰਦਰ ਤੋਂ ਮੈਲੇ ਹਨ, ਬਾਹਰੋਂ ਨਿਰਮਲ, ਬਾਹਰ ਤੋਂ ਨਿਰਮਲ ਦਿਸਦੇ ਨੇ, ਜਾਂ ਇੱਦਾਂ ਕਹਿ ਲਈਏ ਨਿਰਮਲ ਹੋਣ ਦਾ ਵਿਖਾਵਾ ਕਰਦੇ ਹਨ। ਬਹੁਤ ਲੋਕ ਐਸੇ ਹਨ, ਖਾਸ ਤੌਰ ਤੇ ਧਰਮ ਦੇ ਤਲ ਤੇ ਮਨੁੱਖ ਬਾਹਰੋਂ ਨਿਰਮਲ ਦਿਸਣਾ। ਹਾਲਾਂਕਿ ਸੰਸਾਰੀ ਤੌਰ ਤੇ ਵੀ ਵੇਖੀਏ ਤੇ ਇਹ ਵਿਚਾਰ ਆਪਾਂ ਪਹਿਲਾਂ ਵੀ ਕਈ ਵਾਰ ਕੀਤੀ ਹੈ ਕਿ ਇੱਕ ਹੈ ਬਦੀ ਤੇ ਇੱਕ ਹੈ ਬਦਨਾਮੀ। ਹੁਣ ਬੰਦਾ ਬਦੀ ਤੋਂ ਨਹੀਂ ਡਰਦਾ ਹੈ, ਬਦਨਾਮੀ ਤੋਂ ਡਰਦਾ ਹੈ, ਔਰ ਬਦਨਾਮੀ ਦੇ ਡਰ ਕਰਕੇ ਇਹ ਮਾੜਾ ਕਰਮ ਕਰਕੇ ਤੇ ਉਹਦੇ ਤੇ ਕਈ ਤਰ੍ਹਾਂ ਦੇ ਪਰਦੇ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਪਰਦੇ ਪਾਉਂਦਾ ਹੈ ਕਿ ਕਿਧਰੇ ਦੁਨੀਆ ਦੇ ਸਾਹਮਣੇ ਮੇਰੀ ਬੁਰਾਈ ਜ਼ਾਹਰ ਨਾ ਹੋ ਜਾਏ। ਬੰਦਾ ਪਾਪ ਕਰਨ ਤੋਂ ਨਹੀਂ ਡਰਦਾ ਹੈ, ਪਰ ਪਾਪੀ ਕਹਾਉਣ ਤੋਂ ਜ਼ਰੂਰ ਡਰਦਾ ਹੈ। ਬਦੀ ਤੋਂ ਨਹੀਂ ਡਰਦਾ, ਬਦਨਾਮੀ ਤੋਂ ਡਰਦਾ, ਅਪਰਾਧ ਤੋਂ ਨਹੀਂ ਡਰਦਾ, ਪਰ ਕੋਈ ਇਹ ਉਂਗਲ ਖੜੀ ਕਰਕੇ ਕਵੇ ਤੂੰ ਅਪਰਾਧੀ ਹੈ, ਇਹ ਬੰਦਾ ਸੁਣਨ ਦੇ ਲਈ ਤਿਆਰ ਨਹੀਂ ਹੈ। ਝੂਠ ਬੋਲਣ ਤੋਂ ਨਹੀਂ ਡਰਦਾ ਹੈ, ਪਰ ਕੋਈ ਝੂਠਾ ਕਹਿ ਕੇ ਇਹਨੂੰ ਸੰਬੋਧਨ ਕਰੇ, ਇਹ ਚੀਜ਼ ਬੰਦਾ ਨਹੀਂ ਚਾਹੁੰਦਾ ਹੈ। ਤੇ ਮਹਾਰਾਜ ਨੇ ਤੇ ਕਿਹਾ ਕਿ ਜੇ ਤੂੰ ਚਾਹੁੰਦਾ ਹੈ ਕਿ ਤੇਰਾ ਸਮਾਜ ਅੰਦਰ ਚੰਗਾ ਸਟੇਟਸ, ਚੰਗਾ ਰੁਤਬਾ ਬਣੇ, ਉਹਦੇ ਲਈ ਫਿਰ ਚੰਗਾ ਬਣਨਾ ਪਵੇਗਾ। ਤੂੰ ਸੋਚੇ ਮੈਂ ਚੰਗਾ ਵੀ ਨਾ ਬਣਾ ਤੇ ਚੰਗਾ ਦਿਸਾਂ, ਜਾਣਿਆ ਚੰਗਾ ਜਾਵਾਂ ਤੇ ਹੋਵਾਂ ਨਾ ਚੰਗਾ। ਮਹਾਰਾਜ ਕਹਿੰਦੇ ਇਹ ਚੀਜ਼ ਬਹੁਤੀ ਦੇਰ ਤੱਕ ਨਹੀਂ ਚੱਲਦੀ ਹੈ। ਅਨਕ ਪਰਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਤੇਰਿਆਂ ਬੁਰਿਆਂ ਕੰਮਾਂ ਨੇ ਬਾਹਰ ਪ੍ਰਗਟ ਹੋ ਹੀ ਜਾਣਾ ਹੈ। ਜਿੰਨਾ ਮਰਜੀ ਤੂੰ ਪਰਦਾ ਰੱਖ, ਬੁਰਾਈ ਸੰਸਾਰ ਸਾਹਮਣੇ ਵੀ ਜ਼ਾਹਰ ਹੋਏਗੀ ਤੇ ਪਰਮੇਸ਼ਰ ਤੋਂ, ਪਰਮਾਤਮਾ ਤੋਂ ਤੇ ਕੁਝ ਲੁਕਾਇਆ ਜਾ ਹੀ ਨਹੀਂ ਸਕਦਾ ਹੈ। ਮਹਾਰਾਜ ਕਹਿੰਦੇ ਜੀਓ ਨਿਰਮਲ
ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਜਿਹੜੇ ਲੋਕ ਬਾਹਰ ਤੋਂ ਨਿਰਮਲ ਦਿਸਣ ਦਾ ਵਿਖਾਵਾ ਕਰਦੇ ਨੇ, ਅੰਦਰ ਤੋਂ ਮਲੀਨਤਾ ਦੇ ਨਾਲ, ਪਾਪਾਂ ਵਿਕਾਰਾਂ ਬੁਰਾਈਆਂ ਦੇ ਨਾਲ ਭਰੇ ਪਏ ਨੇ ਨਾ, ਇੱਦਾਂ ਸਮਝੋ ਤਿੰਨੀ ਜਨਮ ਜੂਐ ਹਾਰਿਆ। ਉਹ ਆਪਣੀ ਜ਼ਿੰਦਗੀ ਰੂਪੀ ਬਾਜੀ ਹਾਰਦੇ ਪਏ ਨੇ, ਵਿਅਰਥ ਗਵਾਉਂਦੇ ਪਏ ਹਨ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ। ਧੰਨ ਬਾਬਾ ਫਰੀਦ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਹਨ। ਕਹਿੰਦੇ ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਹਿੰਦੇ ਦਿਲ 'ਚ ਵੀ ਛੁਰੀ ਹੈ, ਭਾਵ ਦੂਜਿਆਂ ਦਾ ਕਤਲ ਕਰਨ ਵਾਲੀ ਬਿਰਤੀ ਹੈ। ਜ਼ਬਾਨ ਤੋਂ ਬਾਹਰੋਂ ਗੁੜ ਦੀ ਤਰ੍ਹਾਂ ਐਨ ਮਿੱਠੇ ਮਿੱਠੇ ਬੋਲ ਬੋਲਦਾ ਹੈ, ਪਰ ਚੇਤੇ ਰੱਖਿਓ ਉਸ ਬੰਦੇ ਦੀ ਹਾਲਤ ਕੀ ਹੈ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਅੰਦਰ ਤੋਂ ਉਹ ਘੁੱਪ ਹਨੇਰੇ 'ਚ ਹੈ, ਬਾਹਰੋਂ ਜਿੰਨਾ ਮਰਜ਼ੀ ਚਾਨਣ 'ਚ ਦਿਸਣ ਦਾ ਯਤਨ ਕਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਅੰਦਰ ਬਚਨ ਹਨ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਹਦਾ ਕੇਵਲ ਬਾਹਰ ਦਾ ਜੀਵਨ ਵਿਖਾਵਾ ਹੈ, ਅੰਦਰ ਉਹ ਵਿਚਾਰ ਨੂੰ ਧਾਰਨ ਨਹੀਂ ਕੀਤਾ, ਹਜੂਰ ਕਹਿੰਦੇ ਉਹ ਆਣ ਜਾਣ ਜੰਮਣ ਮਰਨ ਵਾਲੇ ਗੇੜ ਦੇ ਵਿੱਚ ਹੀ ਜੀਵ ਫਸਿਆ। ਕਿਉਂਕਿ ਗੁਰੂ ਕਹਿੰਦੇ ਤੂੰ ਮਨ ਤੋਂ ਸ਼ੁੱਧ ਬਣ, ਮਨ ਤੋਂ ਨਿਰਮਲ ਬਣ। ਇੱਥੋਂ ਤੱਕ ਗੁਰੂ ਕੀ ਬਾਣੀ 'ਚ ਬਚਨ ਆਉਂਦੇ ਹਨ ਕਿ ਬਾਹਰੋਂ ਤੇਰੇ ਤਨ ਕਰਕੇ ਜੇ ਕੱਪੜੇ ਮੈਲੇ ਵੀ ਹਨ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਤੇਰਾ ਮਨ ਸ਼ੁੱਧ ਹੈ। ਤੇ ਜੇ ਤੇਰਾ ਮਨ ਸ਼ੁੱਧ ਨਹੀਂ ਹੈ, ਤੂੰ ਬਾਹਰ ਦੇ ਕੱਪੜੇ ਜਿੰਨੇ ਮਰਜ਼ੀ ਚਿੱਟੇ ਪਹਿਨੇ ਹੋਣ, ਗੁਰੂ ਨੇ ਉਹ ਚੀਜ਼ ਨੂੰ ਕਬੂਲ ਨਹੀਂ ਕੀਤਾ ਹੈ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਜਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਪਿੱਛੇ ਵੀ ਆਪਾਂ ਇੱਕ ਪੌੜੀ 'ਚ ਗੁਰੂ ਕੇ ਬਚਨ ਪੜ੍ਹੇ ਹਨ। ਇੱਕ ਫਿਰੈ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਮਹਾਰਾਜ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ। ਤੇ ਜਿਹੜੀਆਂ ਜੀਵ ਆਤਮਾਵਾਂ, ਜਿਹੜੇ ਪ੍ਰਾਣੀ, ਜਿਹੜੇ ਲੋਕ ਮਨ ਤੋਂ ਕਾਲੇ ਨੇ, ਬਾਹਰੋਂ ਜਿੰਨਾ ਮਰਜ਼ੀ ਚਿੱਟਾ ਦਿਸਣ ਦਾ ਯਤਨ ਕਰਨ, ਉਹ ਕਬੂਲ ਨਹੀਂ ਹੈ। ਸਤਿਗੁਰੂ ਨੇ ਉਹਨਾਂ ਦੀ ਤੁਲਨਾ ਬਾਣੀ 'ਚ ਬਗਲੇ ਦੇ ਨਾਲ ਕੀਤੀ ਹੈ, ਜਿਹੜਾ ਬਾਹਰੋਂ ਵੇਖਣ ਨੂੰ ਬੜਾ ਚਿੱਟਾ ਹੈ, ਪਰ ਮਨ ਅੰਦਰ ਉਹਦੇ ਮਲੀਨਤਾ ਮੈਲਤਾ ਭਰੀ ਪਈ ਹੈ। ਹਰ ਵਕਤ ਜੀਵਾਂ ਦਾ ਘਾਤ ਕਰਨ ਵਾਲੀ ਬਿਰਤੀ ਹੈ। ਪਾਣੀ 'ਚ ਐਨ ਖਲੋ ਜਾਂਦਾ ਇੱਕ ਲੱਤ ਤੇ, ਪਰ ਉਹ ਕੋਈ ਸਮਾਧੀ ਪਰਮੇਸ਼ਰ ਨੂੰ ਧਿਆਉਣ ਵਾਲੀ ਨਹੀਂ ਹੁੰਦੀ। ਉਹ ਬਸ ਡੱਡੀਆਂ ਮੱਛੀਆਂ ਦੇ ਸ਼ਿਕਾਰ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ। ਮਹਾਰਾਜ ਫਿਰ ਉਹ ਕਹਿੰਦੇ ਬਗਲਾ ਪ੍ਰਵਾਨ ਨਹੀਂ ਹੋ ਸਕਦਾ ਹੈ। ਤੇ ਜਿਨ੍ਹਾਂ ਦੀ ਬਿਰਤੀ ਕੇਵਲ ਬਗਲੇ ਵਾਲੀ ਹੈ, ਬਾਹਰੋਂ ਨਿਰਮਲ ਜੀਓ ਮੈਲੇ, ਤਿਨੀ ਜਨਮ ਜੂਐ ਹਾਰਿਆ। ਮਹਾਰਾਜ ਕਹਿੰਦੇ ਉਹ ਆਪਣੇ ਜੀਵਨ ਨੂੰ ਇੱਦਾਂ ਵਿਅਰਥ ਗਵਾ ਬੈਂਦੇ ਹਨ, ਜਿਵੇਂ ਇੱਕ ਜੁਆਰੀ ਆਪਣੇ ਸਾਰੀ ਦੀ ਸਾਰੀ ਮਿਹਨਤ ਦੀ ਕਮਾਈ ਹੋਈ ਪੂੰਜੀ ਵੀ ਜੂਏ ਦੇ ਵਿੱਚ ਬਰਬਾਦ ਕਰ ਬੈਂਦਾ। ਕਿਹੜੀ ਆਸ ਕਰਕੇ ਕਿ ਹੋ ਸਕਦਾ ਅਗਲੀ ਬਾਜੀ ਜਿੱਤ ਜਾਵਾਂ, ਹੋ ਸਕਦਾ ਉਸ ਤੋਂ ਅਗਲੀ ਬਾਜੀ ਜਿੱਤ ਜਾਵਾਂ। ਤੇ ਇੱਦਾਂ ਅੱਗੇ ਅੱਗੇ ਦੀ ਆਸ ਕਰਕੇ ਜੋ ਕੁਝ ਪੱਲੇ ਹੁੰਦਾ ਸਾਰਾ ਕੁਝ ਗਵਾ ਬੈਂਦਾ ਹੈ। ਤੇ ਮਹਾਰਾਜ ਕਹਿੰਦੇ ਉਹ ਬੰਦਾ ਵੀ ਇਸੇ ਝੂਠੇ ਪਰਵਾਸੇ ਆਪਣੀ ਸਾਰੀ ਜ਼ਿੰਦਗੀ ਗਵਾ ਬੈਂਦਾ ਹੈ, ਜਿਹੜਾ ਮਨੁੱਖ ਅੰਦਰ ਤੋਂ ਕਪਟ ਦੇ ਨਾਲ ਭਰਿਆ ਤੇ ਬਾਹਰੋਂ ਨਿਰਮਲ ਦਿਸਣ ਦਾ ਵਿਖਾਵਾ ਕਰ ਰਿਹਾ ਕਿ ਸ਼ਾਇਦ ਇਸੇ ਦੇ ਨਾਲ ਹੀ ਮੈਂ ਜੀਵਨ ਨੂੰ ਸਵਾਰ ਲਵਾਂਗਾ। ਅੱਗੇ ਗੁਰੂ ਕਹਿੰਦੇ ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਜਿਹੜਾ ਜੀਉ ਮੈਲਾ ਹੈ ਜੀਵ, ਉਹਦੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਦਾ ਰੋਗ, ਤ੍ਰਿਸ਼ਨਾ ਦੀ ਅੱਗ। ਤੇ ਤ੍ਰਿਸ਼ਨਾ ਦੀ ਬਿਰਤੀ ਕਰਕੇ ਮਹਾਰਾਜ ਕਹਿੰਦੇ ਉਹਦਾ ਧਿਆਨ ਕੇਵਲ ਬਾਹਰ ਦੇ ਪਦਾਰਥਾਂ ਤੱਕ ਸੀਮਤ ਹੁੰਦਾ ਹੈ। ਔਰ ਮਰਨ ਮਨੋਂ ਵਿਸਾਰਿਆ, ਮੌਤ ਨੂੰ ਉਹ ਮਨ ਤੋਂ ਹੀ ਵਿਸਾਰ ਬੈਂਦਾ ਹੈ। ਮੌਤ
इत्थे तृष्णा दा भाव है एक ते पैसे दी माया दी तृष्णा, एक बहुते तो बहुते लंबे जीवन दी तृष्णा। हालांकि गुरु कहते वेखो रज ना कोई जीविया पहुँच ना चलिया, कोई ज्ञानी जीवै सदा सदा सुरती ही पत होए। तृष्णालु मनुख मौत नूं भुला के इस प्रवासे इस बिरती च जीवन बतीत करता है कि जो कुछ भी दूजियां दे कोल है मैं अपने कोल इकत्तर कर लवां। इनू महाराज कहते कोट जोरै लाख करोड़ै मन ना हो रहा, परे परे ही को लूझी है। सहस खटै लख को उठतावै, तृप्त न आवै माया पाछे पावै। बिना संतोख नहीं को राजै, सुपन मनोरथ बिरथे सब साजे। हजारां तो लखां लखां तो करोड़ां वाले पासे दी दौड़ ਇਹ ਤ੍ਰਿਸ਼ਨਾ ਦੀ ਬਿਰਤੀ ਕਰਕੇ ਲਗਾਤਾਰ ਬਣੀ ਰਹਿੰਦੀ ਹੈ। ਤੇ ਇਸ ਤ੍ਰਿਸ਼ਨਾ ਦੀ ਬਿਰਤੀ ਕਰਕੇ ਫਿਰ ਦਿਨ ਰਾਤ ਬੰਦਾ ਪਾਪ ਕਮਾਉਣ ਤੇ ਅਪਰਾਧ ਕਮਾਉਣ ਤੇ ਗੁਨਾਹ ਹੀ ਗੁਨਾਹ ਕਮਾਉਣ ਤੇ ਲੱਗਿਆ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਦਾ ਰੋਗ ਐਸਾ ਇਹਦੀ ਸੁਰਤ ਤੇ ਮਨ ਤੇ ਪੜਦਾ ਪਾਉਂਦਾ ਹੈ ਕਿ ਮਰਨ ਮਨੋਂ ਵਿਸਾਰਿਆ ਇਹ ਭੁੱਲ ਹੀ ਜਾਂਦਾ ਹੈ ਕਿ ਮੈਂ ਇੱਕ ਦਿਨ ਮੁੱਕ ਜਾਣਾ ਤੇ ਸਾਰਾ ਕੁਝ ਇੱਥੇ ਦਾ ਇੱਥੇ ਹੀ ਛੱਡ ਜਾਣਾ। वेदां मैं नाम उत्तम सो सुनै नाही, फिरै ज्यों बेतालिया। महाराज कहते ये क्योंकि मनुख बाहरों निर्मल दिसदा है, अंदर निर्मलताई हुंदी नहीं है। दूजियां दे नाल विचार करदियां बंदा धार्मिक ग्रंथां दे हवाले दे दे के गल्लां करदा है, पर जो धार्मिक ग्रंथां च उत्तम विचार इस जीवन नूं सवारण ते सुधारण दे लई दसी गई है सो सुनै नाही। वेदां मैं नाम उत्तम सो सुनै नाही, जिहड़ी उत्तम नाम दी विचार धार्मिक ग्रंथां चों मिलदी है मनुख वो नहीं सुनदा। हम बाहरों पूजदा होवे गल वखरी है, पढ़दा होवे गल वखरी है, पर जिहड़ी उत्तम विचार मन्नण वाली है वो मनदा नहीं है। एक जगह आप गुरु के बचन मुख वाक रूप च पढ़ते, महाराज कहते सिमरत वेद पुराण पुकारन पोथियां, नाम बिना सब कूड़ गाली होछियां। कबीर साहब जी दे कोल जदों कुछ लोग वेदां पुराणां दे झगड़े नूं लैके पहुंचे जी ये झूठा वो कहण वो झूठा, ते कबीर साहब ने इको गल कही भाई झूठा कुछ नहीं है, झूठा ते वो बंदा है ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਨਹੀਂ ਹੈ, ਵਿਚਾਰਦਾ ਨਹੀਂ ਹੈ, ਤਤ ਦੀ ਵਿਚਾਰ ਨੂੰ ਕਮਾਉਂਦਾ ਨਹੀਂ ਹੈ ਤੇ ਬਸ ਕੇਵਲ ਦੂਜਿਆਂ ਨੂੰ ਭੰਡਣ ਤੇ ਬੁਰਾ ਕਹਿਣ ਤੇ ਨਿੰਦਣ ਤੇ ਹੀ ਲੱਗਿਆ ਰਹਿੰਦਾ ਹੈ। ਉਹਨਾਂ ਦੇ ਬਚਨ ਸਨ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿੰਨੇ ਸਿੱਖਣਾ ਹੈ ਉਹਨੇ ਸਿੱਖ ਲੈਣਾ ਹੈ ਤੇ ਜਿਹਦੀ ਸਿੱਖਣ ਵਾਲੀ ਬਿਰਤੀ ਨਹੀਂ ਹੈ महाराज कहते वो धार्मिक ग्रंथ पढ़ के भी कुछ नहीं सिखता है, तो ਉਹਦੇ जीवन की हालत की हुंदी है। धन गुरु अमरदास साहब कहते वेदां मैं नाम उत्तम सो सुनै नाही, फिरै ज्यों बेतालिया। बेताला भाव बेतरतीबा। ताल शब्द बाणी च कई बार आया है। कबीर काल करंता अबै कर, अब करता सोए ताल, ताल पाव हुणे ही कर। फिर पाछे पछताओगे जब सिर पर आवे काल। कबीर साहब कहते जिहड़ी परमेश्वर की इबादत की गल तू कल ते पाउंदा पिया है ना, कल ते ना पा, उहनूं हुणे ही कर। हुण दा भाव बस तुरंत कर। जे गल टाली जाएगा ते फिर जदों सिर काल आण खलोता ते फिर पछतावा तेरे पल्ले पवेगा, क्योंकि उदों तू कीता होएगा कुछ नहीं। जमा ने तेनू लै तुरना है ते चलियो जवारी दोए कर झार, फिर खाली संसार तो जाना पवेगा। ताल शब्द दा भाव है एक समय बंद तरीके दे नाल। तबले वाला ताल वजाउंदा है, तबले दियां मात्रा हुंदियां हन जिहड़ियां ओ वजाउंदा है तबला वादक, ते एक मात्रा तो बाद दूजी मात्रा वजाउण दा एक समा हुंदा है। जे वो समा वध घट जावे ते ताल उखड़ जांदा, बेताला हो जांदा है।
ਫਿਰ ਉਹ ਸੰਗੀਤ ਦਾ ਰਸ ਨਹੀਂ ਰਹਿੰਦਾ ਹੈ। ਜੋ ਹਾਰਮੋਨੀਅਮ ਦੀਆਂ ਸੁਰਾਂ ਤੇ ਤਬਲੇ ਦੀਆਂ ਮਾਤਰਾ ਦੇ ਨਾਲ ਇੱਕ ਲੈਅ ਤੇ ਤਾਲ ਦਾ ਮੇਲ ਬਣਿਆ ਹੁੰਦਾ ਹੈ ਤੇ ਸੰਗੀਤ ਦਾ ਰਸ ਹੁੰਦਾ ਹੈ। ਜੇ ਤਾਲ ਤੋਂ ਉਖੜ ਜਾਏ ਤਬਲਾ ਵਾਦਕ ਤੇ ਬੇਤਾਲਾ ਹੋ ਜਾਏ ਤੇ ਫਿਰ ਸਾਰੇ ਦੇ ਸਾਰੇ ਸੰਗੀਤ ਦਾ ਰਸ ਵਿਗੜ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੇ ਬੰਦਾ ਜੀਵਨ ਇੱਕ ਤਾਲ, ਇੱਕ ਮਰਿਆਦਾ 'ਚ, ਇੱਕ ਰਹਿਤ ਦੇ ਵਿੱਚ ਬਤੀਤ ਕਰਦਾ ਪਿਆ ਹੈ, ਫਿਰ ਉਹ ਆਪ ਵੀ ਆਨੰਦ ਮਾਣਦਾ ਹੈ ਤੇ ਮਰਿਆਦਾ ਬੱਧ ਜੀਵਨ, ਅਨੁਸ਼ਾਸਨ ਬੱਧ ਜੀਵਨ ਦੂਜਿਆਂ ਦੇ ਲਈ ਵੀ ਸੁੱਖ ਤੇ ਆਨੰਦ ਵਾਲਾ ਹੁੰਦਾ ਹੈ। ਤੇ ਜਿੱਥੇ ਬੰਦਾ ਮਰਿਆਦਾ ਤੋੜਦਾ ਹੈ ਉੱਥੇ ਆਪ ਵੀ ਦੁੱਖ ਸਹਿੰਦਾ ਤੇ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ। ਮਹਾਰਾਜ ਕਹਿੰਦੇ ਉਹ ਮਨੁੱਖ ਜਿਹੜਾ ਬਾਹਰੋਂ ਤੇ ਨਿਰਮਲ ਦਿਸਣ ਦਾ ਵਿਖਾਵਾ ਕਰਦਾ ਹੈ, ਅੰਦਰ ਮੈਲ ਭਰੀ ਪਈ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਧਾਰਮਿਕ ਹੋਣ ਦਾ ਵਿਖਾਵਾ ਕਰਦਾ ਹੈ, ਪਰ ਧਰਮ ਗ੍ਰੰਥਾਂ ਚੋਂ ਨਾਮ ਉੱਤਮ ਵਿਚਾਰ ਨੂੰ ਨਹੀਂ ਮੰਨਦਾ, ਉਹ ਮਨੁੱਖ ਬੇਤਾਲਾ ਹੋ ਕੇ ਜੀਵਨ ਅੰਦਰ ਭਟਕਦਾ ਹੈ। ਬੇਤਾਲਾ ਹੋ ਕੇ ਫਿਰੈ ਜਿਉਂ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੱਚ ਦਾ ਤਿਆਗ ਕੀਤਾ ਹੈ ਤੇ ਕੇਵਲ ਕੂੜ ਦੇ ਵਿੱਚ ਫਸੇ ਹੋਏ ਹਨ। ਸੱਚ ਕੀ ਹੈ? ਪਰਮਾਤਮਾ। ਕੂੜ ਕੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸੰਸਾਰ ਕੂੜ ਹੈ, ਪਰਮਾਤਮਾ ਸੱਚ ਹੈ। ਜਿਨ੍ਹਾਂ ਦਾ ਧਿਆਨ ਪਰਮੇਸ਼ਰ ਵਾਲੇ ਪਾਸੇ ਨਹੀਂ ਹੈ, ਸੱਚ ਨਾਮ ਵਾਲੇ ਪਾਸੇ ਨਹੀਂ ਹੈ, ਧਿਆਨ ਕੇਵਲ ਸੰਸਾਰ ਵਾਲੇ ਪਾਸੇ ਹੈ, ਤਿੰਨੀ ਜਨਮ ਜੂਐ ਹਾਰਿਆ। ਪਾਤਸ਼ਾਹ ਕਹਿੰਦੇ ਏਦਾਂ ਸਮਝੋ ਉਹ ਮਨੁੱਖ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਬੈਂਦਾ, ਜਿਵੇਂ ਜੁਆਰੀ ਜੂਏ 'ਚ ਆਪਣਾ ਸਾਰਾ ਕੁਝ ਬਰਬਾਦ ਕਰ ਲੈਂਦਾ ਹੈ। ਕਹਿਣ ਦਾ ਭਾਵ ਇਸ ਪੌੜੀ 'ਚ ਸਤਿਗੁਰੂ ਜੀ ਨੇ ਇਹ ਵਿਚਾਰ ਸਾਡੀ ਝੋਲੀ 'ਚ ਪਾਈ ਹੈ ਕਿ ਜੇ ਮਨ 'ਚ ਕਪਟ ਰੱਖਾਂਗੇ, ਜੇ ਮਨ 'ਚ ਮੈਲ ਰੱਖਾਂਗੇ, ਜੇ ਮਨ 'ਚ ਅਵਗਣ ਨੇ, ਵਿਕਾਰ ਨੇ, ਬਾਹਰੋਂ ਜਿੰਨਾ ਮਰਜ਼ੀ ਸੋਹਣਾ ਦਿਸਣ ਦਾ ਯਤਨ ਕਰ ਲਈਏ, ਉਹ ਜੀਵਨ ਸਫਲ ਜੀਵਨ ਨਹੀਂ ਹੋ ਸਕਦਾ। ਨਾ ਸੰਸਾਰ ਅੰਦਰ ਮਨੁੱਖ ਸ਼ੋਭਾ ਖੱਟ ਸਕਦਾ ਹੈ, ਨਾ ਪਰਮੇਸ਼ਰ ਦੇ ਘਰ ਕਬੂਲ ਪੈ ਸਕਦਾ, ਕਿਉਂਕਿ ਇੱਥੇ ਵੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜੇ ਸੱਚ ਦੇ ਰਾਹ ਤੇ ਤੁਰਦੇ ਨੇ ਵਡਿਆਈ ਉਹਨਾਂ ਦੀ ਹੁੰਦੀ ਹੈ, ਤੇ ਜਿਹੜੇ ਕੇਵਲ ਕੂੜ ਕਪਟ ਦੇ ਨਾਲ, ਬੁਰਾਈਆਂ ਦੇ ਨਾਲ ਭਰੇ ਹਨ, ਉਹ ਫਿਰ ਉਦਾਂ ਦਾ ਹੀ ਸੰਸਾਰ ਅੰਦਰ ਉਹਨਾਂ ਦਾ ਨਾਮਣਾ ਬਣਦਾ। ਮਹਾਰਾਜ ਕਹਿੰਦੇ ਜੇ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ। ਜਿਹੜਾ ਧਰਮ ਕਮਾਉਂਦਾ ਹੈ, ਲੋਕ ਕੁਦਰਤੀ ਆਪਣੇ ਆਪ ਉਹਨਾਂ ਨੂੰ ਧਰਮੀ ਕਹਿੰਦੇ ਹਨ, ਤੇ ਜਿਹੜਾ ਪਾਪ ਕਮਾਵੇ ਉਹਨੂੰ ਲੋਕ ਪਾਪੀ ਕਹਿੰਦੇ ਨੇ। ਬੰਦੇ ਦੇ ਕਰਮਾਂ ਤੋਂ ਹੀ ਤੇ ਸਮਾਜ ਅੰਦਰ, ਸੰਸਾਰ ਅੰਦਰ ਪਹਿਚਾਣ ਬਣਦੀ ਹੈ। ਜੇ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਗੁਰੂ ਨੇ ਬਾਣੀ ਅੰਦਰ ਜਨਮ ਜਾਤ ਦੀ ਗੱਲ ਨਹੀਂ ਕੀਤੀ, ਕਰਮ ਜਾਤ ਦੀ ਗੱਲ ਕੀਤੀ। ਜਿਹੜੇ ਜਨਮ ਜਾਤ ਦੀ ਗੱਲ ਕਰਦੇ ਨੇ ਉਹਨਾਂ ਨੂੰ ਤੇ ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰ। ਹੇ ਮੂਰਖ ਅਗਿਆਨੀ, ਆਪਣੀ ਜਨਮ ਜਾਤ ਦਾ ਹੰਕਾਰ ਨਾ ਕਰ। ਕਬੀਰ ਸਾਹਿਬ ਨੇ ਇਥੋਂ ਤੱਕ ਕਹਿ ਦਿੱਤਾ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਜੋ ਤੂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਨ ਬਾਟ ਕਾਹੇ ਨਹੀਂ ਆਇਆ। ਅੱਗੇ ਚੱਲ ਉਹਨਾਂ ਨੇ ਕਿਹਾ ਕਹੋ ਕਬੀਰ ਜੋ ਬ੍ਰਾਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦੇ ਜੇ ਜਨਮ ਜਾਤ ਦੀ ਗੱਲ ਕਰੀਏ, ਦੱਸ ਤੇਰੇ ਜਨਮ ਲੈਣ ਤੇ ਮੇਰੇ ਜਨਮ ਲੈਣ ਦੇ ਵਿੱਚ ਫਰਕ ਕੀ ਹੈ? ਜਿਵੇਂ ਤੇਰਾ ਜਨਮ ਹੋਇਆ ਉਦਾਂ ਮੇਰਾ ਜਨਮ ਹੋਇਆ। ਤੇਰੇ ਸਰੀਰ ਤੇ ਮੇਰੇ ਸਰੀਰ ਦੇ ਵਿੱਚ ਕੀ ਫਰਕ ਹੈ? ਬਾਹਰ ਦੀ ਚਮੜੀ ਵੀ ਦੋਵਾਂ ਦੀ ਇੱਕੋ ਜਿਹੀ ਹੈ, ਤੇ ਜੇ ਚਮੜੀ ਨੂੰ ਕੱਟ ਕੇ ਵੇਖਿਆ ਜਾਵੇ ਵਿੱਚੋਂ ਨਿਕਲਣ ਵਾਲਾ ਖੂਨ ਵੀ ਇੱਕੋ ਜਿਹਾ ਹੈ। ਫਰਕ ਕੀ ਹੈ? ਕਬੀਰ ਸਾਹਿਬ ਕਹਿੰਦੇ ਫਰਕ ਹੈ ਕਰਮਾਂ ਦਾ ਫਰਕ। ਜਿਹੜਾ ਬ੍ਰਹਮ ਨੂੰ ਵਿਚਾਰਦਾ ਹੈ ਉਹ ਬ੍ਰਾਹਮਣ ਹੈ, ਭਾਵ ਉੱਤਮ ਹੈ, ਤੇ ਖਸਮ ਵਿਸਾਰਾ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ। ਤੇ ਜਿਹਨੇ ਮਾਲਕ ਨੂੰ ਭੁਲਾਇਆ ਪਿਆ ਹੈ, ਗੁਰੂ ਕਹਿੰਦੇ ਉਹ ਹੈ ਅਸਲ ਦੇ ਵਿੱਚ ਸਭ ਤੋਂ ਨੀਵਾਂ, ਸਭ ਤੋਂ ਨੀਚ। ਤੇ ਪਾਤਸ਼ਾਹ ਕਹਿੰਦੇ ਜਨਮ ਜਾਤ ਦੀ ਗੱਲ ਨਾ ਕਰੋ, ਕਰਮ ਵੇਖੋ। ਜਾਤ ਜਨਮ ਨੇ ਪੁੱਛੀ ਹੈ,
ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਜਿੱਦਾਂ ਦੇ ਬੰਦਾ ਕਰਮ ਕਰਦਾ ਹੈ ਉਦਾਂ ਦੀ ਬੰਦੇ ਦੀ ਸਮਾਜ ਅੰਦਰ ਪਹਿਚਾਣ ਬਣਦੀ ਹੈ, ਉਦਾਂ ਦਾ ਬੰਦੇ ਦਾ ਸਮਾਜ ਅੰਦਰ ਨਾਮਣਾ ਬਣਦਾ। ਜੇ ਕਰਮ ਚੰਗੇ ਨੇ ਲੋਕ ਉੱਤਮ ਕਹਿ ਕੇ ਸਲਾਉਂਦੇ ਨੇ, ਤੇ ਜੇ ਕਰਮ ਮਾੜੇ ਨੇ ਤੇ ਲੋਕ ਮਾੜਾ ਹੀ ਕਹਿ ਕੇ ਸਲਾਉਣਗੇ। ਬਾਹਰੋਂ ਜਿੰਨਾ ਮਰਜ਼ੀ ਬੰਦਾ ਚਿੱਟਾ ਭੇਖ ਧਾਰਨ ਕਰ ਲਵੇ, ਜੇ ਕਰਮ ਚੰਗੇ ਨਹੀਂ ਹਨ ਤੇ ਕੋਈ ਇਹਦੀ ਸਿਫਤ ਨਹੀਂ ਕਰੇਗਾ। ਇੱਥੇ ਚਿੱਟੇ ਚੋਲੇ ਪਹਿਨ ਕੇ ਵੀ ਲੋਕ ਬਦਨਾਮੀ ਦੇ ਦਾਗਾਂ ਦੇ ਵਿੱਚ ਲਿਬੜੇ ਸਮਾਜ 'ਚੋਂ ਅਸੀਂ ਵੇਖ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਜਿਹੜੇ ਇੱਦਾਂ ਦੇ ਨੇ ਜੀਓ ਮੈਲੇ ਨੇ, ਬਾਹਰੋਂ ਨਿਰਮਲ ਹੋਣ ਦਾ ਵਿਖਾਵਾ ਕਰਦੇ ਨੇ, ਤਿੰਨੀ ਜਨਮ ਜੂਐ ਹਾਰਿਆ, ਉਹ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ। ਅੱਗੇ ਪਾਤਸ਼ਾਹ ਫਰਮਾਨ ਕਰਦੇ 20 ਨੰਬਰ ਪੌੜੀ ਅੰਦਰ, ਜੀਓ ਨਿਰਮਲ ਬਾਹਰੋਂ ਨਿਰਮਲ। ਉਹ ਮਨੁੱਖ ਜਿਹੜੇ ਅੰਦਰ ਤੋਂ ਵੀ ਨਿਰਮਲ ਹਨ, ਬਾਹਰ ਤੋਂ ਵੀ ਨਿਰਮਲ ਹਨ, ਕਹਿਣੀ ਤੇ ਕਰਨੀ ਦੇ ਜਿਹੜੇ ਪੂਰੇ ਹਨ। ਅੰਦਰ ਵੀ ਸੱਚ ਹੈ, ਬਾਹਰ ਵੀ ਸੱਚ ਹੈ, ਅੰਦਰ ਵੀ ਸਹਿਜ ਹੈ, ਬਾਹਰ ਵੀ ਸਹਿਜ ਹੈ, ਅੰਦਰ ਵੀ ਨਿਮਰਤਾ ਹੈ, ਬਾਹਰ ਵੀ ਨਿਮਰਤਾ ਹੈ। ਬਿਲਕੁਲ ਐਨ ਜੀਵਨ ਅੰਦਰ ਤੇ ਬਾਹਰ ਤੋਂ ਇੱਕੋ ਜਿਹਾ, ਕੋਈ ਜੀਵਨ ਦੇ ਦੋ ਪਾਸੇ ਨਹੀਂ। ਗੁਰੂ ਕਲਗੀਧਰ ਮਹਾਰਾਜ ਜੀ ਦਾ ਔਰੰਗਜ਼ੇਬ ਨੂੰ ਭੇਜੇ ਹੋਏ ਜ਼ਫਰਨਾਮੇ ਦੇ ਵਿੱਚ ਇਹ ਵੀ ਇੱਕ ਬਚਨ ਸੀ ਕਿ ਹਮੂ ਮਰਦ ਬਾਸ਼ਦ ਸ਼ਬਦ ਸੁਖ ਨਵਰ। ਕਿਉਂਕਿ ਅਸੀਂ ਇਤਿਹਾਸ 'ਚ ਵੇਖਦੇ ਹਾਂ ਔਰੰਗਜ਼ੇਬ ਤੇ ਹੋਰ ਲੋਕ, ਭਾਵੇਂ ਉਹ ਪਹਾੜੀ ਰਾਜੇ ਨੇ, ਵਜ਼ੀਰ ਖਾਨ ਹੈ, ਇਹਨਾਂ ਨੇ ਧਰਮ ਦੀ ਵਰਤੋਂ ਕੀਤੀ ਠੱਗੀ ਮਾਰਨ ਦੇ ਲਈ, ਧੋਖੇ ਦੇ ਲਈ। ਜਦੋਂ ਮਹਾਰਾਜ ਵਾਲੇ ਪਾਸੇ ਕਸਮਾਂ ਵਾਲੇ ਪੱਤਰ ਲਿਖ ਕੇ ਭੇਜੇ, ਜੀ ਤੁਸੀਂ ਆਨੰਦਪੁਰ ਛੱਡ ਕੇ ਚਲੇ ਜਾਵੋ, ਅਸੀਂ ਹਮਲਾ ਨਹੀਂ ਕਰਾਂਗੇ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ ਜਾਏਗਾ, ਤੁਸੀਂ ਆਨੰਦਪੁਰ ਛੱਡ ਕੇ ਚਲੇ ਜਾਵੋ। ਸਾਡੀ ਇੱਜ਼ਤ ਦਾ ਸਵਾਲ ਹੈ, ਦੁਨੀਆ ਦੀ ਨਜ਼ਰ ਆਨੰਦਪੁਰ ਵਾਲੇ ਪਾਸੇ ਹੈ, ਤੇ ਜੇ ਅਸੀਂ ਆਨੰਦਪੁਰ ਦਾ ਮੋਰਚਾ ਫਤਿਹ ਨਾ ਕਰ ਸਕੇ ਤੇ ਸੰਸਾਰ ਦੇ ਸਾਹਮਣੇ ਦਿੱਲੀ ਦੀ ਹਕੂਮਤ ਦੀ ਕੀ ਨੱਕ ਰਹਿ ਜਾਏਗੀ ਕਿ ਆਨੰਦਪੁਰ ਨੂੰ ਨਹੀਂ ਜਿੱਤ ਸਕੇ। ਇਸ ਕਰਕੇ ਸਾਡੀ ਇੱਜ਼ਤ ਦਾ ਸਵਾਲ ਹੈ। ਅਸੀਂ ਕਸਮ ਖਾਂਦੇ ਹਾਂ ਕੁਰਾਨ ਦੀ, ਪਹਾੜੀ ਰਾਜਿਆਂ ਨੇ ਆਪਣੇ ਹਿੰਦੂ ਧਰਮ ਦੇ ਜਿਹੜੇ ਧਾਰਮਿਕ ਚਿੰਨ੍ਹ ਸਨ ਉਹਨਾਂ ਦੀ ਕਸਮ ਚੁੱਕ ਕੇ ਕਿਹਾ ਤੁਸੀਂ ਆਨੰਦਪੁਰ ਛੱਡ ਕੇ ਚਲੇ ਜਾਓ। ਹੁਣ ਸਤਿਗੁਰੂ ਤੇ ਜਾਣਦੇ ਸਨ ਕਿ ਇਹ ਰਾਜਨੀਤਿਕ ਲੋਕ ਆਪਣੇ ਸਵਾਰਥ ਦੇ ਲਈ ਧਰਮ ਨੂੰ ਵਰਤਦੇ ਨੇ, ਅਸਲ 'ਚ ਇਹਨਾਂ ਦਾ ਧਰਮ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੁੰਦਾ ਹੈ। ਜਿੱਥੇ ਇਹਨਾਂ ਨੂੰ ਲੱਗੇ ਧਰਮ ਧਾਰਨ ਕਰਕੇ ਰਾਜਨੀਤਿਕ ਲਾਹਾ ਮਿਲ ਸਕਦਾ ਹੈ, ਉੱਥੇ ਧਰਮ ਦੇ ਨੇੜੇ ਹੁੰਦੇ ਨੇ। ਜਿੱਥੇ ਧਰਮ ਤੋਂ ਦੂਰ ਹੋ ਕੇ ਲੱਗੇ ਕਿ ਰਾਜਨੀਤੀ 'ਚ ਲਾਹਾ ਮਿਲ ਸਕਦਾ ਹੈ, ਫਿਰ ਇਹ ਲੋਕ ਉੱਦਾਂ ਦੀਆਂ ਗੱਲਾਂ ਅੱਜ ਦੇ ਸਮੇਂ 'ਚ ਵੀ ਆਪਾਂ ਵੇਖ ਲਈਏ, ਪੁਰਾਣੇ ਸਮੇਂ ਦੇ ਵਿੱਚ ਵੀ, ਕਿਉਂਕਿ ਰਾਜਨੀਤੀ ਦਾ ਜਿਹੜਾ ਮੈਥਡ ਹੈ ਇਹ ਪੁਰਾਣੇ ਸਮਿਆਂ ਤੋਂ ਹੀ ਸ਼ਾਮ ਦਾਮ ਦੰਡ ਭੇਦ ਇਸੇ ਨੀਤੀ ਦੇ ਆਧਾਰ ਤੇ ਚੱਲਦਾ ਆ ਰਿਹਾ ਹੈ। ਰਾਜਨੀਤੀ ਅੱਜ ਵੀ ਉਸੇ ਤਰ੍ਹਾਂ ਹੈ, ਪੁਰਾਣੇ ਸਮਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਸੀ। ਰਾਜਨੀਤੀ ਦੇ ਅੰਦਰ ਕੂੜ ਕਪਟ, ਦੂਜਿਆਂ ਨੂੰ ਠੱਗੋ ਲੁੱਟੋ, ਬਸ ਇਸੇ ਚੀਜ਼ ਤੇ ਰਾਜਨੀਤੀ ਖਲੋਤੀ ਹੈ। ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਵਾਲੇ ਪਾਸੇ ਖੈਰ ਕਸਮਾਂ ਵਾਲੇ ਪੱਤਰ ਭੇਜੇ। ਸਤਿਗੁਰੂ ਜਾਣਦੇ ਸਨ, ਪਰ ਹਾਲਾਤਾਂ ਦੇ ਮੱਦੇ ਨਜ਼ਰ ਮਹਾਰਾਜ ਨੇ ਆਨੰਦਪੁਰ ਛੱਡਿਆ, ਇਹਨਾਂ ਬੇਈਮਾਨੀਆਂ ਕੀਤੀਆਂ, ਹਮਲੇ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਵਿੱਚ ਇਸ ਚੀਜ਼ ਦਾ ਫਿਰ ਜ਼ਿਕਰ ਜ਼ਰੂਰ ਕੀਤਾ ਕਿ ਇੱਕ ਪਾਸੇ ਤੂੰ ਕਹਿੰਦਾ ਮੈਂ ਇਸਲਾਮ ਦਾ ਮਸੀਹਾ ਹਾਂ ਤੇ ਇਸਲਾਮ ਦੇ ਪ੍ਰਚਾਰ ਦੇ ਲਈ ਸਾਰਾ ਕੁਝ ਕਰ ਰਿਹਾ ਹਾਂ, ਦੂਜੇ ਪਾਸੇ ਤੇਰੇ ਆਪਣੇ ਮਨ ਅੰਦਰ ਕੁਰਾਨ ਦਾ ਅਦਬ ਨਹੀਂ ਹੈ, ਤੂੰ ਕੁਰਾਨ ਦੀ ਕਸਮ ਚੁੱਕਦਾ ਹੈ ਤੇ ਫਿਰ ਉਸ ਕਸਮ ਤੋਂ ਮੁਕਰਨ ਦੇ ਲਈ ਖਿੰਨ ਪਲ ਵੀ ਨਹੀਂ ਲਗਾਉਂਦਾ ਹੈ। ਤੂੰ ਕਾਹਦਾ ਕੁਰਾਨ ਦੇ ਪ੍ਰਤੀ ਵਫਾਦਾਰ ਹੈ? ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ। ਤੇਰੇ ਮਨ ਅੰਦਰ ਕੁਝ ਹੋਰ ਹੁੰਦਾ, ਤੇਰੇ ਬੋਲਾਂ ਅੰਦਰ ਕੁਝ ਹੋਰ ਹੁੰਦਾ ਹੈ। ਤੇ ਸਤਿਗੁਰੂ ਕਹਿਣ ਲੱਗੇ ਹਮੂ ਮਰਦ ਬਾਸ਼ਦ ਸ਼ਬਦ ਸੁਖਨਵਰ। ਅਸੀਂ ਤੇ ਉਹਨੂੰ ਮਰਦ ਮੰਨਦੇ ਹਾਂ ਜਿਹੜਾ ਬਚਨਾਂ ਤੇ ਕਰਮਾਂ ਦਾ ਪੱਕਾ ਹੋਵੇ, ਜਿਹਦੇ ਕਰਮ ਕੁਝ ਹੋਰ ਹੋਣ ਤੇ ਬਚਨ ਕੁਝ ਹੋਰ ਹੋਣ, ਅਸੀਂ ਉਹਨੂੰ ਮਰਦ ਹੀ ਨਹੀਂ ਮੰਨਦੇ ਹਾਂ। ਜਿਹੜਾ ਅੰਦਰ ਕੂੜ ਕਪਟ ਹੈ, ਬਾਹਰ ਵਿਖਾਵਾ ਧਰਮ ਦਾ ਕਰ ਰਿਹਾ ਹੈ, ਉਹ ਮਨੁੱਖ ਕਬੂਲ ਨਹੀਂ ਹੈ। ਮਹਾਰਾਜ ਕਹਿੰਦੇ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ? ਜੀਓ ਨਿਰਮਲ
ਬਾਹਰੋਂ ਨਿਰਮਲ। ਬੰਦਾ ਅੰਦਰ ਤੇ ਬਾਹਰ ਤੋਂ ਇੱਕੋ ਜਿਹਾ ਹੋਵੇ, ਮਨ ਵੀ ਸ਼ੁੱਧ ਸਾਫ਼ ਹੋਵੇ, ਤਨ ਦੇ ਕਰਮ ਵੀ ਬਿਲਕੁਲ ਉਸੇ ਤਰ੍ਹਾਂ ਦੇ ਹੋਣ। ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਪਰ ਇਦਾਂ ਦੀ ਜਿਹੜੀ ਕਰਨੀ ਕਮਾਈ ਹੈ ਨਾ, ਵੇਖੋ ਗੁਰੂ ਦੀ ਅਗਵਾਈ ਸਦਕਾ ਬਣਦੀ ਹੈ। ਜਦੋਂ ਆਪਾਂ ਗੁਰੂ ਅੱਗੇ ਆਪਣਾ ਆਪ ਸਮਰਪਿਤ ਕਰੀਏ, ਗੁਰੂ ਦੇ ਬਚਨਾਂ ਨੂੰ ਜਿਹੜਾ ਜੀਵਨ ਦਾ ਆਧਾਰ ਬਣਾ ਕੇ ਚੱਲੇਗਾ ਨਾ, ਉਹ ਮਨ ਬਚਨਾਂ ਕਰਮਾਂ ਕਰਕੇ ਪੱਕਾ ਹੋਵੇਗਾ। ਉਹ ਆਪਣੇ ਛੋਟੇ ਮੋਟੇ ਸਵਾਰਥ ਕਰਕੇ ਬਚਨਾਂ ਤੋਂ ਫਿਰੇਗਾ ਨਹੀਂ। ਮਹਾਰਾਜ ਬਾਣੀ ਚ ਕਹਿੰਦੇ, ਬਚਨ ਕਰੇ ਤੇ ਖਿਸਕ ਜਾਏ, ਬੋਲੇ ਨਰ ਕੱਚਾ। ਉਹ ਕੱਚਾ ਹੈ, ਜਿਹੜਾ ਗੱਲਾਂ ਵਾਅਦੇ ਕੁਝ ਹੋਰ ਕਰ ਲੈਣੇ, ਬਾਅਦ ਚ ਸਮਾਂ ਆਉਣ ਤੇ ਮੁੱਕਰ ਜਾਣਾ। ਉਹਨੂੰ ਆਪਾਂ ਸੁਖਮਨੀ ਸਾਹਿਬ ਅੰਦਰ ਵੀ ਪੜ੍ਹਦੇ ਹਾਂ ਕਿ ਆਪਣੀ ਪ੍ਰਤੀਤ ਆਪ ਹੀ ਖੋਵੈ, ਬੌਰ ਉਸਕਾ ਵਿਸ਼ਵਾਸ ਨਾ ਹੋਵੇ। ਜਿਹੜਾ ਫਿਰ ਬਚਨਾਂ ਤੋਂ ਮੁੱਕਰ ਜਾਏ, ਆਪਣੀ ਪ੍ਰਤੀਤ ਭਰੋਸਾ ਗਵਾ ਬਾਵੇ ਇੱਕ ਵਾਰ, ਬਾਅਦ ਚ ਦੁਬਾਰਾ ਪਰਤ ਕੇ ਉਹਦੇ ਤੇ ਕੋਈ ਵਿਸ਼ਵਾਸ ਯਕੀਨ ਨਹੀਂ ਕਰਦਾ। ਸੋ ਗੁਰੂ ਕਰਨੀ ਕਥਨੀ ਦਾ ਸਾਨੂੰ ਪੂਰਾ ਬਣਾਉਂਦੇ ਹਨ। ਤੇ ਜਿਨੇ ਫਿਰ ਗੁਰੂ ਕੋਲੋਂ ਮੱਤ ਸੁਮੱਤ ਲਈ, ਉਹ ਕਹਿਣੀ ਤੇ ਕਰਨੀ ਦਾ ਪੂਰਾ ਪੱਕਾ ਬਣ ਕੇ ਤੇ ਬਾਹਰੋਂ ਵੀ ਨਿਰਮਲ ਹੁੰਦਾ ਹੈ, ਜੀਓਂ ਵੀ ਨਿਰਮਲ ਹੁੰਦਾ ਹੈ। ਕੂੜ ਕੀ ਸੋਏ ਪਹੁੰਚਿਆ ਨਾਹੀ, ਮਨਸਾ ਸੱਚ ਸਮਾਣੀ। ਪਾਤਸ਼ਾਹ ਕਹਿੰਦੇ, ਕੋਈ ਕੂੜ ਦੀ ਹਵਾ, ਕੋਈ ਕੂੜ ਦੀ ਖਬਰ, ਕੋਈ ਕੂੜ ਦਾ ਪ੍ਰਭਾਵ ਉਸ ਮਨੁੱਖ ਦੇ ਨੇੜੇ ਵੀ ਪਹੁੰਚ ਨਹੀਂ ਜੇ ਪਾਉਂਦਾ, ਜਿਹੜਾ ਸਤਿਗੁਰ ਤੇ ਕਰਨੀ ਕਮਾਈ ਦੇ ਮਾਰਗ ਤੇ ਚੱਲਦਾ ਹੈ। ਮਨਸਾ ਸੱਚ ਸਮਾਣੀ, ਜਿਹਨੇ ਆਪਣੇ ਮਨ ਅੰਦਰ ਐਨ ਸੱਚ ਨੂੰ ਧਾਰਨ ਕੀਤਾ ਹੋਇਆ ਹੈ, ਸੱਚ ਦਾ ਐਨ ਪਾਬੰਦ ਹੈ, ਉਹਨੂੰ ਫਿਰ ਕੂੜ ਦਾ ਕੋਈ ਤੂਫਾਨ ਡੁਲਾ ਤੇ ਥੜਕਾ ਨਹੀਂ ਸਕਦਾ ਹੈ, ਜਿਹੜਾ ਸੱਚ ਦੇ ਨਾਲ ਐਨ ਜੁੜ ਗਿਆ ਹੈ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਪਾਤਸ਼ਾਹ ਕਹਿੰਦੇ, ਜਿਹੜੇ ਅੰਦਰ ਤੇ ਬਾਹਰ ਤੋਂ ਨਿਰਮਲ ਬਣ ਕੇ, ਸੱਚ ਦੇ ਧਾਰਨੀ ਬਣ ਕੇ ਗੁਰੂ ਦੇ ਉਪਦੇਸ਼ ਦੇ ਰਸਤੇ ਤੇ ਤੁਰਦੇ ਨੇ, ਉਹ ਆਪਣੀ ਜ਼ਿੰਦਗੀ ਦੇ ਇਸ ਅਮੋਲਕ ਸਫ਼ਰ ਨੂੰ ਸਫਲ ਬਣਾਉਂਦੇ ਨੇ। ਤੇ ਭਲੇ ਸੇ ਵਣਜਾਰੇ, ਉਹ ਅਸਲ ਦੇ ਵਿੱਚ ਸਫਲ ਵਣਜਾਰੇ ਹਨ। ਸਫਲ ਹੈਨ ਸਾਰੇ ਹੀ, ਸਗਲ ਸੰਸਾਰ ਕੀਓ ਵਣਜਾਰਾ। ਸਾਰਾ ਸੰਸਾਰ ਹੀ ਵਣਜਾਰਾ ਹੈ। ਅਸੀਂ ਸਾਰੇ ਵਪਾਰੀਆਂ। ਵਾਹਿਗੁਰੂ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਬਖਸ਼ ਕੇ ਭੇਜਿਆ, ਇਹਦੇ ਬਦਲੇ ਨਾਮ ਧਨ ਦੀ ਕਮਾਈ ਅਸੀਂ ਕਰਨੀ ਹੈ। ਮਹਾਰਾਜ ਕਹਿੰਦੇ, ਵਣਜ ਕਰੋ ਵਣਜਾਰਿਓ, ਵੱਖਰ ਲਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਪਰ ਗੱਲ ਵੱਖਰੀ ਸੰਸਾਰ 'ਚ ਆ ਕੇ, ਤੇ ਕਬੀਰ ਸਾਹਿਬ ਦੇ ਬਚਨਾਂ ਮੁਤਾਬਕ, ਕਿਨਹੀ ਬਣਜਿਆ ਕਾਂਚੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਾਂ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕੋਈ ਕੇਵਲ ਪਦਾਰਥਾਂ ਦਾ ਹੀ ਵਪਾਰੀ ਬਣ ਕੇ ਰਹਿ ਜਾਂਦਾ ਹੈ, ਤੇ ਕੋਈ ਸਮਝ ਲੈਂਦਾ ਹੈ ਕਿ ਜੀਵਨ ਦਾ ਮਕਸਦ ਕੀ ਹੈ, ਤੇ ਉਹ ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੁਮਾਰੀ। ਇਸ ਚੀਜ਼ ਨੂੰ ਸਮਝ ਕੇ ਸੱਚ ਨਾਮ ਦੇ ਨਾਲ ਜੁੜਦਾ ਹੈ, ਜਿਹਦੇ ਸਦਕਾ ਉਹਨੂੰ ਦਰਗਾਹ ਅੰਦਰ ਵੀ ਕਬੂਲਤਾ ਤੇ ਪ੍ਰਵਾਨਗੀ ਮਿਲਦੀ ਹੈ। ਹਜੂਰ ਕਹਿੰਦੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੀ, ਉਹਨਾਂ ਨੇ ਜਨਮ ਰਤਨ ਨੂੰ ਖੱਟ ਲਿਆ, ਸਫਲ ਬਣਾ ਲਿਆ। ਭਲੇ ਸੇ ਵਣਜਾਰੇ, ਉਹ ਜੀਵ ਰੂਪੀ ਵਪਾਰੀ ਭਲੇ ਨੇ, ਉੱਤਮ ਨੇ, ਸ੍ਰੇਸ਼ਟ ਨੇ। ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ। ਜਿਨ੍ਹਾਂ ਦੇ ਮਨ ਅੰਦਰ ਨਿਰਮਲਤਾ ਹੈ, ਉਹ ਹਮੇਸ਼ਾ ਫਿਰ ਗੁਰੂ ਨਾਲ ਜੁੜ ਕੇ ਰਹਿੰਦੇ ਨੇ, ਗੁਰੂ ਕੇ ਬਚਨਾਂ ਦੇ ਨਾਲ ਜੁੜ ਕੇ ਰਹਿੰਦੇ, ਗੁਰੂ ਕੇ ਉਪਦੇਸ਼ ਦੇ ਨਾਲ ਜੁੜ ਕੇ ਰਹਿੰਦੇ, ਤੇ ਗੁਰੂ ਕਿਰਪਾ ਕਰਕੇ ਉਹਨਾਂ ਦੇ ਅੰਦਰ ਦੀ ਨਿਰਮਲਤਾਈ ਨੂੰ ਹਮੇਸ਼ਾ ਕਾਇਮ ਰੱਖਦੇ ਨੇ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਈਐ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਭੱਟ ਸਾਹਿਬਾਨਾਂ ਦੇ ਬਚਨ ਹਨ, ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਗਲ ਮਲ। ਜਦੋਂ ਆਪਾਂ ਗੁਰੂ ਨਾਲ ਜੁੜਦੇ ਹਾਂ, ਤੇ ਗੁਰੂ ਦੀ ਇੱਕ ਮਿਹਰ ਭਰੀ ਨਜ਼ਰ ਸਾਡੀ ਜ਼ਿੰਦਗੀ ਨੂੰ ਸਵਾਰ ਸਕਦੀ। ਗੁਰੂ ਦੀ ਕੇਵਲ ਇੱਕ ਨਜ਼ਰ ਦੀ ਗੱਲ ਹੈ, ਸਾਡੀ ਸਾਰੀ ਜ਼ਿੰਦਗੀ ਦਾ ਸਵਾਲ ਹੈ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਗਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਬਸ ਕਰੈ ਸਭੈ ਬਲ।
सदा सुख मन बसै दुख संसारै खोवै गुर नव निध दरियाओ जन्म हम कालख धोवै। बचन आपां पढ़दे रामदास सरोवर नहाते सब उतरे पाप कमाते। जदों गुरु की संगत दे विच जुड़ के गुरु के नाम जल चों अपने मन नूं धोवांगे फिर साडा अंदर निर्मल बनेगा, हिरदा निर्मल बनेगा, जिहदे सदका ये जीवन संसार अंदर आया सफल होवेगा। ये लोक सुखीए परलोक सुहेले नानक हर प्रभ आपे मेले। सतगुरु मेहर करन मन करके निर्मल तन करके निर्मल बणीए। अंदरों भी सच दे धारनी बणीए, बाहरों भी सच्चे सुच्चे कर्म कमाईए, गुरु की खुशियां मिलन, ये लोक सुखीए परलोक सुहेले होण। इन्नियां बेनतियां प्रवान करनियां जी। विचारां करदिआं होईयां बेअंत भुल्लां ना चितारनियां। गुरु फतेह दी सांझ पाओ। वाहिगुरु जी का खालसा वाहिगुरु जी की फतेह। रमकली महला